With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਵੀਅਰਸ, ਅੱਜ ਅਸੀਂ TV 84 ਨਿਊਜ਼ ਦੇ ਵਿੱਚ ਇੱਕ ਐਸੀ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਆਪਣੇ ਸੁਪਨੇ ਨੂੰ ਹਾਸਲ ਕਰਨ ਦੇ ਲਈ ਆਪਣੀ ਸਾਰੀ ਜ਼ਿੰਦਗੀ ਸਟਰਗਲ ਕੀਤਾ। ਮੈਂ ਗੱਲ ਕਰ ਰਹੀ ਹਾਂ ਇੱਕ ਸਿੱਖ ਨੌਜਵਾਨ ਜਿਨ੍ਹਾਂ ਦਾ ਨਾਮ ਅਮਨਦੀਪ ਹੈ। ਸਰਦਾਰ ਅਮਨਦੀਪ ਸਿੰਘ ਯੂਬਾ ਕਾਉਂਟੀ ਦੇ ਡਿਪਟੀ ਸ਼ੈਰਿਫ ਹਨ। ਸਰਦਾਰ ਅਮਨਦੀਪ ਸਿੰਘ ਜੀ ਦਾ ਸ਼ੁਰੂ ਤੋਂ ਹੀ ਸੁਪਨਾ ਸੀ ਕਿ ਉਹ ਲਾਅ ਐਨਫੋਰਸਮੈਂਟ ਦੇ ਵਿੱਚ ਜੌਬ ਕਰਨ, ਪਰ ਸਿੱਖੀ ਸਰੂਪ ਵਿੱਚ ਹੋਣ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ, ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ। ਪਰ ਵੀਅਰਸ, 7-8 ਸਾਲ ਦੀ ਮਿਹਨਤ ਤੋਂ ਬਾਅਦ ਫਾਈਨਲੀ ਉਹ ਹੁਣ ਯੂਬਾ ਕਾਉਂਟੀ ਦੇ ਡਿਪਟੀ ਸ਼ੈਰਿਫ ਹਨ। ਅਤੇ ਇੱਥੇ ਮੈਂ ਇਹ ਵੀ ਮੈਂਸ਼ਨ ਕਰ ਦੇਣਾ ਚਾਹਨੀ ਹਾਂ ਆਪਣੇ ਦਰਸ਼ਕਾਂ ਦੇ ਲਈ ਕਿ ਹੀ ਇਜ਼ ਦਾ ਫਰਸਟ ਸ਼ੈਰਿਫ ਇਨ ਸਿੱਖੀ ਸਰੂਪ ਇਨ ਕੈਲੀਫੋਰਨੀਆ। ਇਹਨਾਂ ਦੀ ਮਿਹਨਤ ਅਤੇ ਸਟਰਗਲ ਦੀ ਬਦੌਲਤ ਹੀ ਕੈਲੀਫੋਰਨੀਆ ਸਰਕਾਰ ਨੇ AB 1964 ਵਰਕਪਲੇਸ ਰਿਲੀਜੀਅਸ ਐਕਟ ਪਾਸ ਕੀਤਾ, ਜਿਸ ਅਧੀਨ ਹੁਣ ਕੋਈ ਵੀ ਅੰਮ੍ਰਿਤਧਾਰੀ ਸਿੱਖ ਜਾਂ ਸਿੱਖੀ ਸਰੂਪ ਦੇ ਵਿੱਚ ਸਿੱਖ ਲਾਅ ਐਨਫੋਰਸਮੈਂਟ ਦੇ ਵਿੱਚ ਜੌਬ ਕਰ ਸਕਦਾ ਹੈ। ਵੀਅਰਸ, ਅਮਨਦੀਪ ਸਿੰਘ ਨੇ ਬੇਸਿਕਲੀ ਹੋਰ ਸਿੱਖਾਂ ਦੇ ਲਈ ਇੱਕ ਰਾਹ ਖੋਲ੍ਹ ਦਿੱਤਾ ਹੈ ਜਿਹੜੇ ਆਪਣੇ ਦੇਸ਼ ਜਾਂ ਕੌਮ ਨੂੰ ਸਰਵ ਕਰਨਾ ਚਾਹੁੰਦੇ ਹਨ। ਅੱਜ ਅਸੀਂ ਅਮਨਦੀਪ ਸਿੰਘ ਜੀ ਦੇ ਨਾਲ ਉਹਨਾਂ ਦੀ ਜ਼ਿੰਦਗੀ, ਸਟਰਗਲ ਅਤੇ ਕੌਮ ਪ੍ਰਤੀ ਸੇਵਾ ਸੰਬੰਧੀ ਗੱਲਬਾਤ ਕਰਾਂਗੇ, ਜਿਹੜੇ ਕਿ ਯੂਬਾ ਸਿਟੀ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਅਮਨਦੀਪ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਮਨਦੀਪ ਸਿੰਘ, ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਨਾ ਚਾਹੁੰਦੀ ਹਾਂ ਕਿਉਂਕਿ ਤੁਸੀਂ ਪਹਿਲੀ ਵਾਰ ਸਾਡੇ TV 84 ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਸੋ ਵੈਲਕਮ ਟੂ TV 84 ਨਿਊਜ਼। ਥੈਂਕ ਯੂ ਜੀ। So Amandeep Singh, we have so many questions, so let's just go straight to the point. ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਸੁਪਨੇ, ਆਪਣੀ ਜ਼ਿੰਦਗੀ ਅਤੇ ਜਿਹੜੇ ਸਟਰਗਲ ਤੋਂ ਤੁਸੀਂ ਨਿਕਲੇ ਹੋ ਇਸ ਸੰਬੰਧੀ ਵੇਰਵੇ ਸਹਿਤ ਜਾਣਕਾਰੀ ਦਿਓ। ਠੀਕ ਹੈ ਜੀ। ਮੈਂ ਪੁਲਿਸ ਲਾਅ ਐਨਫੋਰਸਮੈਂਟ ਹੋਣਾ ਮੰਗਦਾ ਸੀਗਾ, ਛੋਟੇ ਹੁੰਦੇ ਤੋਂ ਹੀ ਖੁਆਬ ਸੀਗਾ ਜੀ, ਮਿਡਲ ਸਕੂਲ ਚੋਂ। ਤੇ ਮੇਰਾ ਸੁਪਨਾ ਇਹ ਸੀਗਾ ਵੀ law enforcement officer bana, police officer, you know, deputy sheriff, yeah, highway patrol. जी।
or either military ਚ ਵੀ ਜਾਵਾਂ। ਆਪਣੇ ਪਾਪਾ ਜੀ ਨਾਲ ਗੱਲ ਕੀਤੀ ਸੀਗੀ ਤੇ ਉਹਨਾਂ ਨੇ ਕਿਹਾ ਸੀਗਾ ਵੀ ਇਸ ਟਾਈਮ law enforcement 'ਚ ਕੋਈ ਸਿੱਖੀ ਸਰੂਪ 'ਚ ਹੈ ਨਹੀਂ। Okay. So ਜੇ ਤੂੰ ਕਰਨਾ ਮੰਗਦਾ ਹੈ it's gonna be a struggle। Okay. struggle ਬਹੁਤ ਔਖੀ ਹੋਣੀ ਆ but don't give up। ਹਮ ਜਦ ਹਾਈ ਸਕੂਲ 'ਚ ਹੋਇਆ ਤਦ ਮੈਂ sophomore year 'ਚ I started applying with agencies Okay. ਤੇ ਅਪਲਾਈ ਕੀਤਾ ਤੇ ਮੈਨੂੰ ਟਰਨ ਡਾਊਨ ਕੀਤਾ ਗਿਆ ਸੀਗਾ ਹਰ ਇੱਕ ਏਜੰਸੀ ਤੋਂ। Okay. ਮੈਂ throughout California ਏਜੰਸੀ ਚ ਟਰਾਈ ਕਰਕੇ ਦੇਖੀ from state to county to city level। ਮੈਨੂੰ ਟਰਨ ਡਾਊਨ ਕੀਤਾ ਗਿਆ ਸੀਗਾ। ਮੈਨੂੰ ਕਿਹਾ ਗਿਆ ਸੀਗਾ ਜਾਂ ਮੈਂ ਆਪਣੇ ਕੇਸ ਕਟਾਵਾਂ ਤੇ ਦਾੜੀ ਕਟਾਵਾਂ ਜਾਂ ਜੌਬ ਕਰ ਸਕਾਂ। Okay. ਕਹਿੰਦੇ ਸੀਗੇ ਵੀ ਮੇਰੇ ਕੇਸ ਜਿਹੜੇ ਹੈਗੇ ਨੇ ਵੀ ਉਹ ਯੂਨੀਫਾਰਮਿਟੀ ਨਹੀਂ ਬਣ ਸਕੂਗੀ ਵੀ law enforcement ਚ ਯੂਨੀਫਾਰਮਿਟੀ ਕੋਡ ਹੈਗਾ ਐਂਡ ਵੀ ਉਹ ਮੈਂ ਫੁਲਫਿਲ ਨਹੀਂ ਕਰ ਸਕਾਂਗਾ। ਮੇਰੀ ਦਾੜੀ ਉਹ ਕਹਿੰਦੇ ਸੀਗੇ ਦਾੜੀ ਕਟਾਣੀ ਪੈਣੀ ਹੈ ਕਿਉਂਕਿ ਮੈਂ ਗੈਸ ਮਾਸਕ ਨਹੀਂ ਪਾ ਸਕਾਂਗਾ ਤੇ ਆਫਸਰ ਸੇਫਟੀ ਇਸ਼ੂ ਹੋਊਗਾ। Okay. ਸੇਫਟੀ ਇਸ਼ੂ ਕਹਿੰਦੇ ਸੀਗੇ out in the field ਜਦ ਕੋਈ ਮੇਰੀ ਲੜਾਈ ਹੋਈ ਜਾਂ ਮੇਰੀ ਕਿਸ ਨਾਲ ਲੜਾਈ ਹੋਈ ਉਹ ਮੇਰੀ ਦਾੜੀ ਫੜ ਕੇ ਮੇਰੀ ਦਾੜੀ ਪੁੱਟ ਸਕਦੇ ਨੇ ਜਾਂ ਦਾੜੀ ਨੂੰ ਮੈਨੂੰ ਬੇਸਿਕਲੀ ਹੈਂਡਲ ਕਰ ਸਕਦੇ ਨੇ। Okay. ਮੇਰਾ ਉਹਨਾਂ ਨੂੰ ਇਹ ਸੀਗਾ ਜਵਾਬ ਵੀ at least give me a chance ਵੀ ਮੌਕਾ ਦਿਓ ਮੈਨੂੰ ਵੀ ਮੈਂ ਕੁਛ ਕੰਮ ਕਰਕੇ ਦਿਖਾ ਸਕਾਂ। ਜੀ। ਜੀ ਮੈਨੂੰ ਸਿਰਫ ਬੋਲਣ ਦਾ ਹੀ ਟਾਈਮ ਨਾ ਦਿਓ ਮੈਨੂੰ ਫਿਜ਼ੀਕਲੀ ਕਰਕੇ ਦਿਖਾਉਣ ਦੀ at least ਚਾਂਸ ਦਿਓ। Okay. ਲੇਕਿਨ ਫਿਰ ਵੀ ਸਾਰਿਆਂ ਨੇ ਟਰਨ ਡਾਊਨ ਕੀਤਾ। ਇੱਕ ਏਜੰਸੀ ਨੇ ਮੈਨੂੰ ਇਹ ਵੀ ਕਿਹਾ ਸੀਗਾ ਵੀ ਜੇ ਤੁਸੀਂ ਵੀ ਆਪਣੇ ਕੇਸ ਤੇ ਦਾੜੀ ਹੁਣ ਕਟਾ ਲਾ ਤੇ ਜੀ। ਫਿਰ ਜਦ ਜ਼ਾਹਿਰ ਹੋ ਜਾਏਗਾ ਉਸ ਤੋਂ ਬਾਅਦ ਤੈਨੂੰ ਅਸੀਂ ਅਕੋਮੋਡੇਟ ਕਰਨ ਦੀ ਕੋਸ਼ਿਸ਼ ਕਰਾਂਗੇ। Okay. ਮੈਂ ਉਹਨੂੰ ਕਿਹਾ ਮੈਂ ਕਿਹਾ then ਵੀ ਇਹਦਾ ਕੋਈ ਮਤਲਬ ਨਹੀਂ ਹੋਇਆ ਫਿਰ ਮੇਰਾ ਕੋਈ ਫਾਇਦਾ ਨਹੀਂ ਹੋਇਆ ਕੇਸ ਤੇ ਦਾੜੀ ਰੱਖਣ ਦਾ। ਜੀ। ਉਸ ਟਾਈਮ ਮੈਂ ਮਿਲਟਰੀ ਵਿੱਚ ਵੀ ਅਪਲਾਈ ਕੀਤਾ ਸੀਗਾ US ਆਰਮੀ। ਉਸ ਟਾਈਮ ਰਿਕਰੂਟਰ ਨੇ ਕਿਹਾ ਸੀਗਾ ਵੀ ਉਹ ਅਕੋਮੋਡੇਸ਼ਨ ਮੈਨੂੰ ਲੈ ਦੇਣਗੇ। ਜੀ। ਜਦ ਮੈਂ ਜਾਣਾ ਸੀਗਾ ਟੈਸਟ ਦੇਣ ਵਾਸਤੇ for the army ਉਸ ਟਾਈਮ ਉਹ ਕਹਿੰਦੇ ਵੀ ਉਹਨਾਂ ਨੂੰ ਸੰਦੇਸ਼ ਆਇਆ from their higher up ਵੀ ਉਹ ਅਕੋਮੋਡੇਟ ਨਹੀਂ ਕਰਨਗੇ ਮੈਨੂੰ। ਤੇ ਜੀ। ਮੈਨੂੰ ਰਿਕਰੂਟਰ ਕਹਿੰਦਾ ਵੀ ਜੇ ਤੁਸੀਂ ਹੁਣ ਆਪਣੇ ਕੇਸ ਤੇ ਦਾੜੀ ਕੱਟੋਗੇ ਵੀ ਫਿਰ ਗਾਂ ਜਾ ਕੇ ਜਦ ਤੁਸੀਂ ਆਰਮੀ ਚ ਹੋ ਜਾਓਗੇ ਫਿਰ ਗਾਂ ਜਾ ਕੇ ਤੁਹਾਨੂੰ ਅਸੀਂ ਅਕੋਮੋਡੇਸ਼ਨ ਦਵਾ ਦਾਂਗੇ। Okay. ਤੇ ਇਸ ਟਾਈਮ ਵੀ ਮੈਨੂੰ ਕਿਹਾ ਗਿਆ ਸੀਗਾ ਜਾਂ ਆਪਣੇ ਕੌਮ ਨੂੰ ਚੁਣੋ ਜਾਂ ਆਪਣੇ ਸੁਪਨੇ ਨੂੰ ਚੁਣੋ। ਬਿਲਕੁਲ। ਇਸ ਟਾਈਮ ਵੀ ਮੈਂ ਆਪਣੀ ਕੌਮ ਨੂੰ ਹੀ ਚੁਣਿਆ ਸੀਗਾ ਜੀ। ਮੈਂ ਰਿਕਰੂਟਰ ਨੂੰ ਇਹ ਕਿਹਾ ਸੀਗਾ ਵੀ ਦੇਖੋ ਵੀ ਜੇ ਮੈਂ ਹੁਣ ਕੇਸ ਤੇ ਦਾੜੀ ਕੱਟਤੀ ਫਿਰ ਮੇਰਾ ਕੋਈ ਫਾਇਦਾ ਹੀ ਨਹੀਂ ਸੀਗਾ ਹਾਂਜੀ। ਪਹਿਲਾਂ ਕੇਸ ਦਾੜੀ ਰੱਖਣ ਚ। ਬਿਲਕੁਲ। ਮੈਂ ਉਹਨਾਂ ਨੂੰ ਇਹ ਕਹਿ ਦਿੱਤਾ ਸੀਗਾ ਵੀ ਜੇ ਤੁਸੀਂ ਵਿਸ਼ ਕੀਤਾ ਜੇ ਅਕੋਮੋਡੇਟ ਕਰਨਾ ਚਾਹਿਆ ਤੇ ਤੁਹਾਡੇ ਕੋਲ ਮੇਰਾ ਨੰਬਰ ਹੈਗਾ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਜੀ। ਕਈ ਏਜੰਸੀਆਂ 'ਚ ਮੈਂ ਕੋਸ਼ਿਸ਼ ਕੀਤੀ ਉਹਨਾਂ ਦੇ ਦਰਵਾਜ਼ਿਆਂ ਤੇ ਗਿਆ ਵੀ give me a chance to prove myself Okay. ਤੇ ਲੇਕਿਨ ਮੈਨੂੰ ਟਰਨ ਡਾਊਨ ਕੀਤਾ ਗਿਆ ਸੀਗਾ ਮੈਨੂੰ ਕਿਸੇ ਨੇ ਆਪਸ਼ਨ ਨਹੀਂ ਦਿੱਤੀ ਸੀ। ਜੀ। ਇਹਦੇ ਨਾਲ self esteem self determination ਥੱਲੇ ਆ ਜਾਂਦਾ but ਮੈਂ I stuck with it I kept going but in 2012 I got with Sitka Collision Okay. and the AB 1964 Workplace Religious Freedom Act that was passed. Okay. In 2012 I took Amrit and I took Amrit because I thought if ਜੇ ਮੈਂ ਆ ਲੜਾਈ ਲੜੀ ਰਿਹਾ ਮੈਂ ਜੀ। ਪੂਰੇ ਸਿੱਖੀ ਸਰੂਪ ਚ ਕਿਉਂ ਨਹੀਂ ਲੜ ਰਿਹਾ। ਬਿਲਕੁਲ। ਵੀ ਮੈਨੂੰ ਪੂਰੀ ਆਪਣੇ ਸਿੱਖੀ ਸਰੂਪ ਚ ਲੜਨਾ ਚਾਹੀਦਾ ਹੈ। ਇਹ ਨਹੀਂ ਵੀ ਮੈਂ ਸਿਰਫ ਕੇਸ ਤੇ ਦਾੜੀ ਰੱਖੀ ਹੈ ਤੇ ਕਹਾਂ ਦਾ ਸਿੱਖ ਹੋਵਾਂ ਲੇਕਿਨ ਆਪਣੇ ਗੁਰੂਆਂ ਤੇ ਅਸੂਲਾਂ ਤੇ ਨਾ ਚੱਲਾਂ। ਹਾਂਜੀ। ਤੇ ਹੌਲੀ ਹੌਲੀ ਮੈਂ ਆਪਣੇ ਆਪ ਨੂੰ ਅਕੈਡਮੀ ਚ ਪਾਇਆ। ਅਕੈਡਮੀ ਚ ਉਹਨਾਂ ਨਾਲ ਇੰਟਰਵਿਊ ਕੀਤੀ ਮੈਂ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਜੇ ਤੂੰ ਫਿਜ਼ੀਕਲੀ ਤੇ ਮੈਂਟਲੀ ਸਾਰਾ ਕੁਝ ਕਰ ਸਕਦਾ ਜਿਹੜੇ law enforcement officers ਕਰਦੇ ਨੇ ਅਕੈਡਮੀ ਚ ਜੀ। we're willing to give you a chance. Okay.
ਮੈਂ ਉਹਨਾਂ ਦਾ ਆਫਰ ਅਸੈਪਟ ਕਰ ਲਿਆ। ਠੀਕ ਹੈ। ਜਦ ਮੈਂ ਅਕੈਡਮੀ ਸੀਗਾ ਯੂਬ ਕਾਉਂਟੀ ਦੇ ਸ਼eriff ਟਰਫਰ ਉਹ ਆਏ ਤੇ ਉਹਨਾਂ ਨੇ ਦੇਖਿਆ ਮੇਰਾ ਐਕੈਡੈਮਿਕ ਐਂਡ ਮਾਈ ਫਿਜ਼ੀਕਲ everything that I've done in the academy, they looked at that. Okay. And ਉਹਨਾਂ ਨੇ ਮੈਨੂੰ personally invite ਕੀਤਾ ਆਪਣੇ office ਤੇ ਕਹਿੰਦੇ ਵੀ he spent about 2 hours with me. Okay. ਕਹਿੰਦੇ ਵੀ ਅਸੀਂ ਵੀ ਮੈਂ ਤੈਨੂੰ willing to give you a chance. ਜੀ। Be what you can show and what you can prove. Okay. And I said okay, I accept the offer. Okay. ਉਹਨਾਂ ਦਾ offer accept ਕਰ ਲਿਆ ਸੀਗਾ। ਜੀ। During the academy, I've been successfully passing everything. Uniformity wise, ਉਹਨਾਂ ਦਾ ਇਹ ਸੀਗਾ ਵੀ ਜਿਹੜਾ ਮੇਰਾ ਦਮਾਲਾ ਮੈਂ ਬੰਨਦਾ ਸਿਰ ਤੇ ਵੀ ਉਹ uniformity ਤੇ ਨਹੀਂ ਹੋਗਾ। ਮੈਂ ਉਹਨਾਂ ਨੂੰ ਕਿਹਾ ਸੀਗਾ ਵੀ I can match my damala with the uniform. So ਇਸ ਟਾਈਮ ਜਿਹੜਾ ਮੈਂ ਦਮਾਲਾ ਬੰਨਦਾ ਮੇਰੀ ਯੂਨੀਫਾਰਮ ਦੇ ਕਲਰ ਦੇ ਨਾਲ ਹੈਗਾ ਜੀ। ਦੂਜੀ ਦਾੜੀ ਦਾ ਜਿਹੜਾ ਉਹਨਾਂ ਨੇ ਕਿਹਾ ਸੀਗਾ ਇਸ਼ੂ, ਦਾੜੀ ਮੈਂ ਬੰਨਦਾ, ਮੇਰੀ ਦਾੜੀ ਐਕਚੁਅਲੀ ਹੈਗੀ ਹੈ ਲੰਬੀ, ਪਰ ਡਿਊਟੀ ਤੇ ਜਾ ਜਾਣਾ ਦਾੜੀ ਬੰਨ ਕੇ ਜਾਣਾ। ਸੋ ਜੇ ਮੇਰੀ ਲੜਾਈ ਵੀ ਹੁੰਦੀ ਆ ਕੋਈ ਆਸਾਨੀ ਨਾਲ ਮੇਰੀ ਦਾੜੀ ਨਹੀਂ ਫੜ ਸਕਦਾ। ਐਕਚੁਅਲੀ ਇਸ ਟਾਈਮ ਡਿਊਟੀ ਤੇ ਮੇਰੀ ਕਈ ਲੜਾਈਆਂ ਹੋਈਆਂ, ਫੁੱਟ ਪਰਸੂਟਸ ਹੋਏ ਨੇ। ਮੇਰਾ ਕੋਈ ਪ੍ਰੋਬਲਮ ਨਹੀਂ ਆਈ, ਕੋਈ ਹਿੰਡਰੈਂਸ ਨਹੀਂ ਆਈ ਮੇਰੀ ਡਿਊਟੀ ਜੀ। ਜੀ। ਦੂਜਾ ਸੀਗਾ ਵੀ ਗੈਸ ਮਾਸਕ ਸੀਲ ਨਹੀਂ ਹੋਣਾ, ਗੈਸ ਮਾਸਕ ਪਾ ਨਹੀਂ ਸਕਦਾ। ਹਾਂਜੀ। ਦਾੜੀ ਬਹੁਤ ਵੱਡੀ ਆ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਗਿਵ ਮੀ ਅ ਚਾਂਸ ਵੀ ਮੈਂ ਤੁਹਾਨੂੰ ਪ੍ਰੂਵ ਕਰਕੇ ਦਿਖਾ ਸਕਦਾ ਵੀ ਅਸੀਂ ਕਰ ਸਕਦੇ ਹਾਂ। ਹਾਂਜੀ। ਅਕੈਡਮੀ ਚ ਮੈਂ ਗੈਸ ਮਾਸਕ ਦੀ ਸੀਲ ਉਹਨਾਂ ਨੂੰ ਕਰਕੇ ਦਿਖਾਤੀ, ਉਹਨਾਂ ਨੂੰ ਇਹ ਵੀ ਦਿਖਾਤਾ ਵੀ ਸਭ ਤੋਂ ਜ਼ਿਆਦਾ ਮੈਂ ਰਹਿ ਸਕਦਾ ਸੀਗਾ। ਸਾਨੂੰ ਇੱਕ ਕਮਰੇ ਚ ਬੰਦ ਕੀਤਾ ਗਿਆ ਸੀਗਾ ਤੇ ਗੈਸ ਛੱਡੀ ਗਈ ਸੀਗੀ ਤੇ ਉਸ ਗੈਸ ਤੇ ਸੀਲ ਨਾਲ ਉਹਨਾਂ ਨੂੰ ਇਹ ਸ਼ੋਅ ਕੀਤਾ ਸੀਗਾ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਜੀ। ਜਿਹੜਾ ਗੈਸ ਮਾਸਕ ਇੱਥੇ ਯੂਜ਼ ਹੋਇਆ ਉਹ ਵੀ ਆਰਮੀ ਚ ਯੂਜ਼ ਹੁੰਦਾ ਹੈ। ਓਕੇ। ਸੋ ਸਲੋਲੀ ਸਾਰਾ ਕੁਛ ਉਹਨਾਂ ਨੂੰ ਜਿਹੜਾ ਉਹਨਾਂ ਨੇ ਮੈਨੂੰ ਰੋਡ ਬਲੌਕਸ ਦਿੱਤੇ ਸੀਗੇ, ਹਰਡਲਸ ਦਿੱਤੀਆਂ ਸੀ, ਉਹ ਉਹਨਾਂ ਨੂੰ ਸਲੋਲੀ ਦਿਖਾਉਂਦਾ ਗਿਆ ਵੀ ਇਹ ਕੋਈ ਰੋਡ ਬਲੌਕਸ ਨਹੀਂ ਹੈਗੇ, ਕੋਈ ਪ੍ਰੋਬਲਮਸ ਨਹੀਂ ਹੈਗੀ, ਤੁਸੀਂ ਬਸ ਸਿਰਫ ਇੱਕ ਚਾਂਸ ਮੌਕਾ ਦਿਓ, ਉਹ ਅਸੀਂ ਦਿਖਾ ਸਕਦੇ। ਜੀ ਜੀ। ਤਾਂ ਅਮਨਦੀਪ, ਜਿਸ ਤੁਸੀਂ ਸਾਨੂੰ ਪੂਰੀ ਆਪਣੀ ਲਾਈਫ ਦੀ ਸਟੋਰੀ ਸੀਗੀ, ਦਾ ਸਟਰਗਲ ਸੀਗਾ, ਸਮਝਾਇਆ ਕਿ ਤੁਹਾਨੂੰ ਕਿੱਦਾਂ 7-8 ਸਾਲ ਲੱਗੇ ਜਿਸ ਤੇ ਤੁਸੀਂ ਪਹੁੰਚਣਾ ਚਾਹੁੰਦੇ ਸੀ ਉੱਥੇ ਪਹੁੰਚਣ ਦੇ ਲਈ। ਪਹਿਲਾਂ ਤਾਂ ਸਿਰਫ ਤੁਹਾਡੇ ਕੋਲ ਤੁਸੀਂ ਸਿੱਖੀ ਸਰੂਪ ਦੇ ਵਿੱਚ ਸੀਗੀ, ਤੁਹਾਡੀ ਦਾੜੀ ਸੀਗੀ, ਤੁਹਾਡੇ ਟਰਬਨ ਸੀਗੇ, ਦਸਤਾਰ ਪਹਿਨੀ ਹੋਈ ਸੀ, ਪਰ ਤੁਸੀਂ ਉਹਨੂੰ ਵੀ ਪ੍ਰੋਬਲਮ ਨਹੀਂ ਸਮਝੇ। ਤੁਸੀਂ ਉਸ ਤੋਂ ਅੱਗੇ ਜਾਂਦੇ 5 ਕਕਾਰ ਐਕਸੈਪਟ ਕੀਤੇ, ਤੁਸੀਂ ਅੰਮ੍ਰਿਤਧਾਰੀ ਸਿੱਖ ਬਣੇ, ਅੰਮ੍ਰਿਤਧਾਰੀ ਸਿੱਖ ਬਣ ਕੇ ਤੁਸੀਂ ਇਸ ਜੌਬ ਨੂੰ ਜੁਆਇਨ ਕੀਤਾ। ਸੋ ਲੈ ਮੈਂ ਆਸ਼ਾ ਕਰਾਂਗੀ ਇੱਥੇ ਅਸੀਂ ਰੈਕਗਨਾਈਜ਼ ਵੀ ਲੋਕਾਂ ਨੂੰ ਕਰਨਾ ਚਾਹੁੰਦੇ ਜਿਹਨਾਂ ਨੇ ਤੁਹਾਨੂੰ ਸਪੋਰਟ ਕੀਤਾ ਹੈ 5 ਜਾਂ 8 ਸਾਲਾਂ ਦੇ ਵਿੱਚ। ਅਸੀਂ ਚਾਹਾਂਗੇ ਸਾਨੂੰ ਉਹਨਾਂ ਬਾਰੇ ਵੀ ਦੱਸੋ ਕਿ ਕਿਹਨਾਂ ਨੇ ਤੁਹਾਨੂੰ ਸਪੋਰਟ ਕੀਤਾ, ਜਿਹੜੀ ਪ੍ਰੋਬਲਮ ਤੁਸੀਂ ਨਿਕਲੀਆਂ ਸੀ ਉਸ ਤੋਂ ਕਿਸ ਤਰ੍ਹਾਂ ਤੁਸੀਂ ਨਿਕਲੇ ਹੋ, ਕਿਸ ਤਰ੍ਹਾਂ ਸਭ ਕੁਝ ਹੋਇਆ। ਸਭ ਤੋਂ ਪਹਿਲਾਂ ਮੇਰੀ ਫੈਮਿਲੀ, ਮੇਰੇ ਮੰਮੀ ਪਾਪਾ ਜੀ, ਮੇਰੀ ਛੋਟੀ ਸਿਸਟਰ ਜੀ, and then ਮੇਰੇ ਇੱਕ ਸਪੈਸ਼ਲ ਅੰਕਲ ਹੈਗੇ, ਬੇਸਿਕਲੀ ਮੇਰੇ ਪਾਪਾ ਜੀ ਹਰਵਿੰਦਰਜੀਤ ਸਿੰਘ, ਮੰਮੀ ਲੀਪ ਕੌਰ। ਓਕੇ। ਉਹਨਾਂ ਨੇ ਆਫਟਰ ਜੇ ਤੁਸੀਂ ਬਾਰ-ਬਾਰ ਤੁਹਾਨੂੰ ਨਾ ਦਿੱਤੀ ਜਾਵੇ ਤੁਹਾਡਾ ਸਟਰੋਂਗ ਵਿਲ ਜਿਹੜਾ ਹੁੰਦਾ ਉਹ ਸਲੋਲੀ ਡਿਟੀਰੀਓਰੇਟ ਹੋਣ ਲੱਗ ਜਾਂਦਾ ਹੈ। ਬਿਲਕੁਲ। ਮੇਰੇ ਮੰਮੀ ਪਾਪਾ ਨੇ ਹਮੇਸ਼ਾ ਹੀ ਕਿਹਾ ਸੀਗਾ ਵੀ ਫਿਕਰ ਨਾ ਕਰ, ਗੁਰੂ ਸਾਹਿਬ ਹੈਗੇ ਨੇ, ਫਿਕਰ ਨਾ ਕਰ, ਸਭ ਕੁਝ ਹੋ ਜਾਊਗਾ, ਚੜ੍ਹਦੀ ਕਲਾ ਹੋਊਗੀ। ਬਿਲਕੁਲ। ਇਹ ਸਭ ਕੁਝ ਜਿਹੜਾ ਕੁਝ ਕਰਾਇਆ ਗਿਆ ਹੈ ਇਹ ਸਭ ਗੁਰੂ ਸਾਹਿਬ ਜੀ ਨੇ ਹੀ ਕਰਾਇਆ ਹੀ। ਇੰਨੀ ਸ਼ਕਤੀ ਦਿੱਤੀ, ਇੰਨਾ ਪੇਸ਼ੈਂਸ ਦਿੱਤੀ ਜੀ ਸਭ ਮੰਮੀ ਪਾਪਾ ਤੇ ਗੁਰੂ ਜੀ। Okay. So Amandeep, let me ask you one more question. Just to see when Yuva County the deputy sheriff, right? What is the next step? Next step is slowly मैं gain units ਜਿਹੜੇ ਹੈਗੇ ਨੇ ਮੈਂ ਉਹਨਾਂ ਨਾਲ ਕਦੇ ਪ੍ਰੈਕਟਿਸ ਕਰਦਾ ਹੁੰਦਾ ਹੀ। ਓਕੇ। ਇਵੈਂਚੁਅਲੀ ਮੇਰਾ ਮਕਸਦ ਇਹ ਹੈ ਵੀ ਐਟ ਲੀਸਟ ਕੈਪਟਨ ਬਣ ਸਕਾਂ, ਬਿਕਮ ਅ ਸਰਜੈਂਟ, ਲੈਫਟੀਨੈਂਟ, ਕੈਪਟਨ,
ਤੇ ਫਿਰ ਕਹਾਂ ਜਾ ਕੇ ਥੋੜੀ ਹੋਰ ਖੁੱਲ ਹੋ ਜਾਏ ਆਪਣੀ ਸਿੱਖੀ ਕੌਮ ਨੂੰ ਜੀ। ਵੀ ਉਹਨਾਂ ਨੂੰ ਇਹ ਵੀ ਪਤਾ ਲੱਗੇ ਵੀ ਅਸੀਂ ਸਿਰਫ ਪੈਟਰੋਲ ਲੈਵਲ ਤੇ ਜਾਂ ਸਟਰੀਟ ਲੈਵਲ ਤੇ ਨਹੀਂ ਹੈਗੇ ਅਸੀਂ we can also do admin work too. ਬਿਲਕੁਲ That- ਬਿਲਕੁਲ That's eventually my goal. Eventually ਮੈਂ ਮੰਗਦਾ ਵੀ at least ਕੈਪਟਨ ਦੀ ਰੈਂਕ ਤੱਕ ਪਹੁੰਚ ਸਕਾਂ। ਬਿਲਕੁਲ ਅਸੀਂ ਵੀ ਇਹੀ ਆਸ ਕਰਦੇ ਹਾਂ। ਤਾਂ ਜਿਸ ਤਰ੍ਹਾਂ ਅਮਨਦੀਪ ਸਿੰਘ, ਜਿਸ ਤਰ੍ਹਾਂ ਤੁਸੀਂ ਜਾਂਦੇ ਹੋ ਆਪਣੀ ਜਾਬ ਤੇ ਜਾਂਦੇ ਹੋ, ਡਿਪਟੀ ਸ਼ੈਰਿਫ ਨਾਲ ਸ੍ਰੀ ਗੁਰੂ ਅਕੈਡਮੀ ਇਨ ਸਿੱਖੀ ਸਰੂਪ ਦੇ ਵਿੱਚ ਜਾਂਦੇ ਹੋ, ਤਾਂ ਲੋਕਾਂ ਦੇ ਬਾਕੀ ਤੁਹਾਡੇ ਕੋਵਰਕਰਸ ਹੁੰਦੇ ਨੇ ਜਾਂ ਬਾਕੀ ਦੇ ਸ਼ੈਰਿਫ ਹੁੰਦੇ, ਡਿਪਟੀ ਸ਼ੈਰਿਫ ਹੁੰਦੇ ਆ ਜਾਂ ਕੈਪਟਨ ਹੁੰਦੇ, ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਹੈ ਤੁਹਾਡੇ ਵੱਲ ਦੇਖ ਕੇ? ਪਹਿਲਾਂ ਮੇਰਾ ਰਿਐਕਸ਼ਨ ਇਹ ਸੀਗਾ ਵੀ ਮੈਨੂੰ ਪਤਾ ਨਹੀਂ ਵੀ ਇਹਨਾਂ ਨੇ ਮੈਨੂੰ ਐਕਸੈਪਟ ਕਰਨਾ ਕਿ ਨਹੀਂ, ਵੀ ਰੇਸਿਸਟ ਹੋਣਗੇ, ਵੀ ਕਿਵੇਂ ਇਹਨਾਂ ਨੇ ਮੈਨੂੰ ਬੁਲਾਣਾ ਜਾਂ ਬੋਲਣਾ। Okay. But they exceeded my expectations. ਉਹਨਾਂ ਨੇ ਮੈਨੂੰ with open arms ਉਹਨਾਂ ਨੇ ਮੈਨੂੰ accept ਕੀਤਾ Okay. ਤੇ ਮੇਰੀ ਸਪੋਰਟ ਕੀਤੀ ਤੇ ਉਹਨਾਂ ਨੇ ਮੈਨੂੰ ਉਹਨਾਂ ਨੇ ਰਿਸਪੈਕਟ ਦਿੱਤੀ ਹੈ ਵੀ ਜਿਹੜਾ ਮੈਂ ਇੰਨੇ ਸਾਲ ਵੇਟ ਕਰਕੇ ਤੇ ਫਾਈਟ ਕਰਕੇ ਫਿਰ ਵੀ ਮੈਂ ਹਾਰਿਆ ਨਹੀਂ ਤੇ ਮੈਂ ਜੌਬ ਡਿਊਟੀ ਜੁਆਇਨ ਕੀਤੀ ਹੈ। they give me respect for that. ਉਹ ਜਦ ਮੈਂ ਪੈਟਰੋਲ ਤੇ ਹੁੰਨਾ ਹਾਈਵੇ ਪੈਟਰੋਲ ਜਾਂ ਲੋਕਲ ਪੁਲਿਸ ਡਿਪਾਰਟਮੈਂਟ ਜਿਹੜੇ ਸਾਨੂੰ ਬੈਕਅਪ ਕਰਨ ਆਉਂਦੇ ਆ ਤੇ ਉਹ ਦੇਖਦੇ ਨੇ ਵੀ ਮੈਂ ਪੂਰੇ ਸਿੱਖੀ ਸਰੂਪ ਚ ਹੈਗਾ ਤੇ ਉਹ ਕਹਿੰਦੇ ਆ ਵੀ it's a nice change, it's a good change, be especially ajkal the environment, it's a really good change. Some of them ask me about my past, be ki hoya ki nahi hoya. Okay. So I tell them and they commend me for sticking with it and finally being able to join. Okay. ਜੀ ਤਾਂ ਅਮਨਦੀਪ, ਜਿਸ ਤਰ੍ਹਾਂ ਅਸੀਂ ਇਸ ਤਰ੍ਹਾਂ ਇੰਟਰਵਿਊ ਕਰਦੇ ਹਾਂ, ਸਾਡਾ ਮਕਸਦ ਇਹ ਹੁੰਦਾ ਕਿ ਇੱਕ ਤਾਂ ਅਸੀਂ ਰੈਕਗਨਾਈਜ਼ ਕਰੀਏ ਕਿ ਤੁਹਾਡਾ ਤੁਸੀਂ ਸਟਰਗਲ ਕੀਤਾ, ਸਪੈਸ਼ਲੀ ਤੁਸੀਂ ਸਿੱਖ ਕੌਮ ਦੇ ਲਈ ਦਰਵਾਜ਼ਾ ਖੋਲ੍ਹਿਆ। ਦੂਸਰਾ ਸਾਡਾ ਪੁਆਇੰਟ ਇਹ ਹੁੰਦਾ ਕਿ ਜਿਹੜੀ ਸਪੈਸ਼ਲੀ ਸਾਡੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਜਾਂ ਫਿਰ ਅੱਜ ਦੀ ਜਿਹੜੀ ਸਾਡੀ ਸਿੱਖ ਕੌਮ ਹੈਗੀ ਆ, ਉਹ ਜਾਂ ਤਾਂ ਸਿੱਖੀ ਸਰੂਪ ਦੇ ਵਿੱਚ ਜਾਂ ਫਿਰ ਅੰਮ੍ਰਿਤਧਾਰੀ ਹੋ ਕੇ ਜਿਹੜੀ ਸਰਵ ਕਰਨਾ ਚਾਹੁੰਦੇ ਨੇ ਆਪਣੀ ਕੰਟਰੀ ਨੂੰ, ਉਹ ਕਰਨ। ਕਿਉਂਕਿ ਕਾਫੀ ਲੋਕਾਂ ਦੇ ਵਿੱਚ ਡਰ ਹੁੰਦਾ ਕਿ ਜੇ ਅਸੀਂ ਦਸਤਾਰ ਪਾਈ ਹੋਵੇ ਜਾਂ ਫਿਰ ਅਸੀਂ ਪੰਜ ਕਕਾਰ ਪਾਏ ਹੋਣ, ਕਈ ਚੀਜ਼ਾਂ ਤੇ ਸਾਨੂੰ ਜੌਬਸ ਨਹੀਂ ਮਿਲਦੀਆਂ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਤੁਹਾਨੂੰ ਬਹੁਤ ਸਪੋਰਟ ਕੀਤਾ ਗਿਆ, ਤੁਹਾਡੀ ਬਹੁਤ ਰਿਸਪੈਕਟ ਕੀਤੀ ਗਈ, ਸੋ ਆਈ ਥਿੰਕ ਬਹੁਤ ਚੰਗਾ ਉਪਰਾਲਾ ਤੁਸੀਂ ਕੀਤਾ ਸਿੱਖ ਕੌਮ ਦੇ ਲਈ। ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਇਸ ਚੀਜ਼ ਦੇ ਲਈ ਕਿ ਤੁਸੀਂ ਸਟਰਗਲ ਕਰਕੇ ਸਾਡੇ ਵਰਗਿਆਂ ਦੇ ਲਈ ਜਿਹੜੇ ਇਹ ਈਜ਼ੀ ਰਾਹ ਖੋਲ ਦਿੱਤਾ ਹੈਗਾ। ਤਾਂ ਅਮਨਦੀਪ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਜਿਸ ਤਰ੍ਹਾਂ ਲੋਕ ਅਸੀਂ ਬਾਹਰ ਦੇ ਦੇਸ਼ਾਂ ਦੇ ਵਿੱਚ ਆਉਂਦੇ ਹਾਂ, ਅਸੀਂ ਜੌਬ ਕਰਨਾ ਮੰਗਦੇ ਹਾਂ, ਜੌਬ ਕਰਨਾ ਚਾਹੁੰਦੇ ਹਾਂ, ਪਰ ਅਸੀਂ ਜਦੋਂ ਹਮੇਸ਼ਾ ਸਿੱਖੀ ਸਰੂਪ ਦੇ ਵਿੱਚ ਹੁੰਦੇ ਹਾਂ ਜਾਂ ਫਿਰ ਅਸੀਂ ਦੇਖਿਆ ਆਪਣੇ ਬਜ਼ੁਰਗਾਂ ਨੂੰ, ਆਪਣੇ ਪੈਰੈਂਟਸ ਨੂੰ, ਹਮੇਸ਼ਾ ਜਦੋਂ ਪੰਜਾਬ ਤੋਂ ਆਉਂਦੇ ਸੀ ਉਹਨਾਂ ਨੂੰ ਦਸਤਾਰ ਹੁੰਦੀ ਸੀ, ਪਰ ਜਦੋਂ ਅਮਰੀਕਾ ਦੇ ਵਿੱਚ ਆਉਂਦੇ ਨੇ, ਜੌਬ ਕਰਨ ਦੀ ਕੋਸ਼ਿਸ਼ ਕਰਦੇ ਨੇ, ਜੌਬਸ ਨਹੀਂ ਲੱਭਦੀਆਂ, ਫਿਰ ਉਹਨਾਂ ਨੂੰ ਆਪਣੇ ਕੇਸ ਕਤਲ ਕਰਵਾਉਣੇ ਪੈਂਦੇ ਨੇ। ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਿਰਫ ਇਹ ਕਹਾਂਗਾ ਇਸ ਟਾਈਮ ਮੈਨੂੰ ਸਿਰਫ ਇੱਥੇ ਅਕੈਡਮੀ ਜਾਂ ਮੇਰੇ ਯੂਬਾ ਕਾਉਂਟੀ ਨਹੀਂ ਸਿਰਫ ਰਿਸਪੈਕਟ ਦਿੱਤੀ ਗਈ, ਮੈਨੂੰ ਹੋਰ ਏਜੰਸੀਜ਼ ਹੈਗੀਆਂ ਨੇ ਜਿਹੜੀਆਂ ਮੈਨੂੰ ਐਕਚੁਅਲੀ ਬੁਲਾ ਰਹੀਆਂ ਨੇ, ਜਿਹੜੀ ਕਹਿ ਰਹੀਆਂ ਨੇ ਵੀ ਤੁਸੀਂ ਆ ਕੇ ਸਾਨੂੰ ਸਿੱਖੀ ਬਾਰੇ ਦੱਸੋ, ਪੰਜ ਕਕਾਰ ਬਾਰੇ ਦੱਸੋ, ਤੁਸੀਂ ਪੰਜ ਕਕਾਰ ਕਿਉਂ ਪਾਉਂਦੇ ਹੋ, ਸਿੱਖੀ ਬਾਰੇ ਦੱਸੋ ਵੀ ਅਸੀਂ ਰਿਸਪੈਕਟ ਕਰ ਸਕੀਏ ਜਦ ਅਸੀਂ ਕੋਈ ਵੀ ਸਿੱਖ ਨਾਲ ਕੰਟੈਕਟ ਕਰਦੇ ਹਾਂ। ਹਾਂਜੀ, ਮੈਨੂੰ ਸਿਟੀ ਆਫ ਸੀਰੀਜ਼ ਚ ਬੁਲਾਇਆ ਗਿਆ ਸੀਗਾ ਉਹਨਾਂ ਦੇ ਚੀਫ ਨੇ, ਉਹਨਾਂ ਨੇ ਮੈਨੂੰ ਕਿਹਾ ਸੀਗਾ ਉਹਨਾਂ ਦੇ ਸਿਟੀ ਕਾਉਂਸਲ ਤੇ ਪੁਲਿਸ ਡਿਪਾਰਟਮੈਂਟ ਨੂੰ ਆ ਕੇ ਸਿੱਖੀ ਬਾਰੇ ਦੱਸੋ ਤੇ ਉਹ ਸਿਟੀ ਨੇ ਰੈਕਗਨਾਈਜ਼ ਕੀਤਾ ਸੀਗਾ। ਮੈਨੂੰ ਵੈਸਟ ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਤੋਂ ਰਿਕੁਐਸਟ ਆਈ ਹੈ ਵੀ ਮੈਂ ਉਹਨਾਂ ਨੂੰ ਆ ਕੇ ਸਿੱਖੀ ਬਾਰੇ ਦੱਸਾਂ, ਪੰਜ ਕਕਾਰ ਬਾਰੇ ਦੱਸਾਂ। ਮੈਨੂੰ ਹੋਰ ਏਜੰਸੀਜ਼ ਤੋਂ ਵੀ ਆਈਆਂ ਨੇ, ਜਿਹੜੀ ਅਕੈਡਮੀ ਚ ਮੈਂ ਗਿਆ ਸੀਗਾ ਜੀ, ਉਹਨਾਂ ਨੇ ਸਪੈਸ਼ਲ ਸਿੱਖ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਜਾਂ ਉਹ ਸਿੱਖ ਨੇ ਜਿਨ੍ਹਾਂ ਨੇ ਜਿਹੜੇ ਸਿੱਖੀ ਸਰੂਪ ਚ ਨੇ, ਉਹਨਾਂ ਬਾਰੇ ਉਹਨਾਂ ਨੇ ਗਾਈਡਲਾਈਨਸ ਬਣਾਈਆਂ ਹੋਈਆਂ ਯੂਨੀਫਾਰਮਿਟੀ ਦੀਆਂ। ਸੋ ਲੋਕਲ, ਨਾਟ ਜਸਟ ਲੋਕਲ, ਵੀ ਜਿਹੜੀ ਕੈਲੀਫੋਰਨੀਆ ਚ ਹੈਗੇ ਨੇ ਪੁਲਿਸ ਅਕੈਡਮੀ, ਉਹ ਐਕਚੁਅਲੀ ਉਹਨਾਂ ਨੇ ਰੀਚ ਆਊਟ ਕੀਤਾ ਹੋਇਆ ਮੇਰੀ ਅਕੈਡਮੀ ਨੂੰ ਤੇ ਉਹਨਾਂ ਤੋਂ ਗਾਈਡਲਾਈਨ ਲਈਆਂ ਹੋਈਆਂ ਨੇ ਉਹਨਾਂ ਨੇ।
Okay. ਇਸ ਚੀਜ਼ ਬਾਰੇ ਬਾਕੀ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਤੁਹਾਡਾ ਸੁਪਨਾ ਹੈਗਾ ਵੀ ਤੁਸੀਂ ਆਪਣੇ ਪੂਰੀ ਸਿੱਖੀ ਸਰੂਪ ਚ ਜਾਂ ਅੰਮ੍ਰਿਤਧਾਰੀ ਬਣ ਕੇ ਤੁਸੀਂ ਕੋਈ ਵੀ ਜੌਬ ਕਰਨਾ ਮੰਗਦੇ ਹੋ, ਜੀ ਤੁਸੀਂ ਆਪਣੇ ਕੇਸ ਕਤਲ ਨਾ ਕਰਾਓ, ਆਪਣੀ ਦਾੜੀ ਕਤਲ ਨਾ ਕਰਾਓ, ਆਪਣੇ ਗੁਰੂਆਂ ਦੇ ਜਿਹੜੇ ਬਲੀਫ ਸੀਗੇ ਉਹ ਨਾ ਕਤਲ ਕਰੋ। ਮੈਂ ਇੰਡੀਆ ਦਾ ਬੋਰਨ ਹੈਗਾ ਹੀ about 7 ਸਾਲਾਂ ਦਾ ਸੀਗਾ ਜਦ ਇੱਥੇ ਆਇਆ ਸੀਗਾ, so I was basically raised here. Okay. You know, ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਸਾਰੇ ਅੰਮ੍ਰਿਤਧਾਰੀ ਸੱਜੋ ਜਾ ਕੇ, ਇਹ ਤਾਂ ਜਦ ਕਿਰਪਾ ਹੋ ਜਾਂਦੀ ਹੈ ਤਦ ਹੋ ਜਾਂਦੀ ਹੈ, but don't give up hope. Okay. ਆਪਣਾ give up ਕਰੋ, concentrate on your dreams, ਤੇ ਕਈ ਨਾ ਮਿਲਣਗੇ, ਕਈ ਹਰਡਲਸ ਆਉਣਗੀਆਂ, ਕਈ ਬੰਪਸ ਆਉਣਗੇ ਰੋਡ 'ਚ, ਲੇਕਿਨ ਉਹਨਾਂ ਨੂੰ ਤੁਸੀਂ ਕਾਂਕਰ ਕਰ ਸਕਦੇ ਹੋ ਜੇ ਤੁਹਾਡੇ ਪੇਸ਼ੈਂਸ ਹੈਗੀ ਆ ਐਂਡ ਜੇ ਸਟਰੋਂਗ ਵਿਲ ਹੈਗਾ। ਤੁਸੀਂ ਆਪਣੇ ਸੁਪਨੇ ਨੂੰ, ਆਪਣੇ ਜਿਹੜੀ ਕੈਰੀਅਰ ਜੌਬ ਹੈ, ਕੈਰੀਅਰ ਡ੍ਰੀਮ ਹੈਗੀ ਆ, ਉਹ ਕਰ ਸਕਦੇ ਹੋ। Okay. Okay. I mean, Amandeep Singh, just a very quick question. Let me ask you a quick question first, and then I'll go to other questions. You are the first sheriff, like first Amritdhari sheriff in California, right? ਹਾਂਜੀ। Right? So just ਤੁਸੀਂ ਪਹਿਲੇ ਅੰਮ੍ਰਿਤਧਾਰੀ ਸ਼ੈਰਿਫ ਹੋ, ਤੁਹਾਡੀ ਬਦੌਲਤ ਜਿਹੜਾ ਇਹ AB 1964 ਵਰਕਪਲੇਸ ਰਿਲੀਜੀਅਸ ਐਕਟ ਪਾਸ ਹੋਇਆ ਹੈਗਾ, ਤੁਹਾਡੀ ਬਦੌਲਤ ਹੋਇਆ। ਤੁਹਾਡੇ ਤੋਂ ਬਾਅਦ ਹੋਰ ਕਿੰਨੇ ਅੰਮ੍ਰਿਤਧਾਰੀਆਂ ਨੇ ਜਿਹੜੇ ਇਸ ਜਿਹੜੀ ਜੌਬ ਹੈਗੀ ਜਾਂ ਲਾਅ ਇਨਫੋਰਸਮੈਂਟ ਜੌਬ ਨੂੰ ਜੁਆਇਨ ਕੀਤਾ? ਮੇਰੇ ਇੱਕ ਹੈਗੇ ਨੇ ਖਾਸ ਫਰੈਂਡ ਸੁਖਵਿੰਦਰ ਸਿੰਘ ਹੰਦੋ, ਉਹਨਾਂ ਨੇ ਵੀ ਰੀਸੈਂਟਲੀ ਹੁਣ ਅੰਮ੍ਰਿਤ ਛਕਿਆ ਹੀ ਆਫਟਰ 2012 ਜਦ ਲਾਅ ਪਾਸ ਕਰਾਇਆ ਗਿਆ ਸੀਗਾ। ਉਹਨਾਂ ਨੇ ਮੈਨੂੰ ਇਹ ਦੱਸਿਆ ਸੀ, ਉਹਨਾਂ ਨੇ ਉਸ ਲਾਅ ਦੀ ਕਾਪੀ ਪ੍ਰਿੰਟ ਕਰਕੇ ਉਹਨਾਂ ਨੇ ਆਪਣੇ ਸ਼ੈਰਿਫ ਨੂੰ ਦਿੱਤਾ ਸੀਗਾ ਜੀ। ਸੋ ਉਹਨਾਂ ਦੇ ਸ਼ੈਰਿਫ ਨੇ ਕਿਹਾ ਸੀਗਾ ਜੇ ਇਹ ਲਾਅ ਬਣ ਗਿਆ ਵੀ ਮੈਂ ਇਹਦੇ ਅਗੇਂਸਟ ਕੋਈ ਫਾਈਟ ਨਹੀਂ ਕਰ ਸਕਦਾ। ਸੋ ਇਸ ਕਰਕੇ ਉਹ ਹੁਣ ਆਪ ਖੁਦ ਅੰਮ੍ਰਿਤਧਾਰੀ ਸਿੱਖ ਨੇ ਤੇ ਸਿੱਖੀ ਸਰੂਪ ਚ ਨੇ। Okay. ਉਹ ਹੈਗੇ ਨੇ ਕਰੈਕਸ਼ਨਲ ਆਫਸਰ ਹੈਗੇ ਨੇ ਯੋਲੋ ਕਾਉਂਟੀ ਸ਼ੈਰਿਫ ਚ। Okay. ਤੇ ਉਹ ਵੀ ਆਪਣੇ ਪੰਜ ਕਕਾਰ ਨਾਲ ਪੂਰੀ ਸਿੱਖੀ ਸਰੂਪ ਚ ਇਸ ਟਾਈਮ ਕਰੈਕਸ਼ਨਲ ਡਿਊਟੀ ਦੀ ਡਿਊਟੀ ਕਰ ਰਹੇ ਨੇ। Okay. ਹੋਰ ਵੀ ਹੈਗੇ ਨੇ ਆਪਣੇ ਸਿੱਖ ਵੀਰ ਜਿਹੜੇ ਬਣ ਰਹੇ ਨੇ, ਜਿਹੜੇ ਆ ਰਹੇ ਨੇ ਲਾਅ ਇਨਫੋਰਸਮੈਂਟ। Okay. ਮੈਨੂੰ ਕੁਝ ਦਿਨ ਪਹਿਲਾਂ ਪਤਾ ਲੱਗਾ ਸੀਗਾ ਵੀ ਆਫਟਰ ਜਦ ਮੈਂ ਸੀਰੀਅਸ ਸਿਟੀ ਡਿਪਾਰਟਮੈਂਟ ਚ ਆਪਣੀ ਸਪੀਚ ਦਿੱਤੀ ਸੀਗੀ ਸਿੱਖੀ ਬਾਰੇ ਜੀ, ਉਹਨਾਂ ਨੇ ਐਕਚੁਅਲੀ 2 ਯੰਗ ਸਿੱਖ ਆਪਣੇ ਸਿੱਖੀ ਸਰੂਪ ਚ ਉਹਨਾਂ ਨੇ ਅਕੈਡਮੀ ਚ ਭੇਜੇ ਨੇ, 2 ਸਿੰਘ to become police officers. So ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੀ ਵੀ ਮੈਂ ਏਜੰਸੀਆਂ ਜਾਣਾ ਜਾਂ ਕੋਈ ਵੀ ਏਜੰਸੀਆਂ ਹੈਗੀਆਂ ਨੇ, ਉਹਨਾਂ ਨੇ ਮੈਨੂੰ ਇਹੀ ਕਿਹਾ ਵੀ ਜੇ ਮੈਨੂੰ ਕੋਈ ਜਾਣਦਾ ਜਿਹੜਾ ਸਿੱਖੀ ਸਰੂਪ ਚ ਹੋਵੇ ਜਾਂ ਅੰਮ੍ਰਿਤਧਾਰੀ ਸਿੱਖ ਹੋਵੇ ਜਿਹੜਾ ਕਰਨਾ ਮੰਗਦਾ, ਉਹ ਆ ਕੇ ਕੰਟੈਕਟ ਕਰਨ। ਜੇ ਕਿਸੇ ਨੂੰ ਹੈਲਪ ਚਾਹੀਦੀ ਹੈ ਮੈਂ ਆਪਣਾ ਹੈਂਡ ਐਕਸਟੈਂਡ ਕਰਦਾ। ਜੇ ਕਿਸੇ ਨੂੰ ਹੈਲਪ ਜੀ, ਕਿਸੇ ਵੀ ਮੈਂ ਦੱਸ ਸਕਦੇ ਨੇ, ਕੰਟੈਕਟ ਕਰ ਸਕਦੇ ਨੇ ਤੇ ਮੈਂ ਵਿਲਿੰਗ ਹੈਗਾ ਹੈਲਪ ਕਰਨ। ਓਕੇ, ਕਿਉਂਕਿ ਸਾਡੇ ਕੋਲ ਬਹੁਤ ਵਕਤ ਲਿਮਿਟਡ ਹੁੰਦਾ, ਸਾਡੇ ਕੋਲ ਥੋੜੇ ਜਿਹੇ ਮਿੰਟ ਰਹਿ ਗਏ ਨੇ। ਮੈਸੇਜ ਲੈਣ ਤੋਂ ਪਹਿਲਾਂ ਮੈਂ ਇੱਕ ਕੁਐਸਚਨ ਹੋਰ ਪੁੱਛਣਾ ਚਾਹੁੰਦੀ ਹਾਂ। ਉਸ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਕਿ ਜਿਹੜੇ ਯੁਵਾ ਕਾਉਂਟੀ ਜਿਹੜੇ ਕਰੈਕਸ਼ਨ ਆਫਿਸਰ ਸੁਖਵਿੰਦਰ ਸਿੰਘ ਹੁੰਦਲ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਵੀ ਇੱਕ ਇੰਟਰਵਿਊ ਸੈਗਮੈਂਟ ਕਰਾਂਗੇ। ਉਸ ਦੇ ਨਾਲ ਮੈਂ ਅਮਨਦੀਪ ਸਿੰਘ ਤੁਹਾਡੇ ਕੋਲ ਜਾਣਨਾ ਚਾਹਾਂਗੀ, ਜਿਸ ਤਰ੍ਹਾਂ ਤੁਸੀਂ 5 ਕਕਾਰਾਂ ਦੇ ਨਾਲ ਅਫਕੋਰਸ ਲਾਅ ਇਨਫੋਰਸਮੈਂਟ ਨੂੰ ਸਰਵ ਕਰਦੇ ਹੋ, ਇਸ ਦੇ ਨਾਲ ਜਿਹੜੇ ਕਾਫੀ ਸਾਰੇ ਹੇਟ ਕ੍ਰਾਈਮ ਦੀਆਂ ਵਾਰਦਾਤਾਂ ਹੁੰਦੀਆਂ ਨੇ ਜਾਂ ਆਇਡੈਂਟਿਟੀ ਦੀ ਪ੍ਰੋਬਲਮ ਹੁੰਦੀ ਹੈ, ਉਸ ਸੰਬੰਧੀ ਕਾਫੀ ਸਾਰੀ ਅਵੇਅਰਨੈਸ ਆਉਂਦੀ ਹੈ। ਸੋ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਸਿੱਖ ਕੌਣ ਨੇ, ਕਿਸ ਤਰ੍ਹਾਂ ਦੀ ਕੌਮ ਹੈ, ਅਣਖ ਵਾਲੀ ਕੌਮ ਹੈ, ਪਰ ਬਹੁਤ ਸ਼ਾਂਤ ਕੌਮ ਵੀ ਹੈਗੀ ਨਾਲ ਦੀ ਨਾਲ, ਕਿਉਂਕਿ ਸਾਨੂੰ ਵੱਖ-ਵੱਖ ਕੌਮਾਂ ਦੇ ਨਾਲ ਉਹਨਾਂ ਨੇ ਸਾਡੀ ਜਿਹੜੀ ਆਇਡੈਂਟਿਟੀ ਹੈਗੀ ਆ ਉਸ ਨੂੰ ਵੱਖ-ਵੱਖ ਕੌਮਾਂ ਦੇ ਨਾਲ ਕਿਸ ਤਰ੍ਹਾਂ ਕਹਿ ਇਟਸ ਨਾਟ ਲਾਈਕ ਐਨੀਥਿੰਗ ਰੋਂਗ ਅਬਾਊਟ ਲਾਈਕ ਮੁਸਲਿਮ ਰਿਲੀਜਨ, ਬਟ ਲਾਈਕ ਸਾਨੂੰ ਉਹਨਾਂ ਦੇ ਨਾਲ ਜੋੜਿਆ ਜਾਂਦਾ ਹੈ। ਪਰ ਜਿਸ ਤਰ੍ਹਾਂ ਤੁਹਾਡੇ ਵਰਗੇ ਜਿਹੜੇ ਲੋਕ ਆਉਂਦੇ ਨੇ, ਇਸ ਤਰ੍ਹਾਂ ਲਾਅ ਇਨਫੋਰਸਮੈਂਟ ਨੂੰ ਸਰਵ ਕਰਦੇ ਨੇ ਜਾਂ ਫਿਰ ਹੋਰ ਜੌਬਸ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਜਾਂਦੇ ਨੇ, ਅਫਕੋਰਸ ਉਸ ਦੇ ਨਾਲ ਲੋਕਾਂ ਦੇ ਵਿੱਚ ਬਹੁਤ ਸਾਰੀ ਅਵੇਅਰਨੈਸ ਪੈਦਾ ਹੁੰਦੀ ਹੈ। ਪਰ ਲੈਟ ਮੀ ਆਸਕ ਯੂ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਅਸੀਂ 5 ਕਕਾਰ ਤੋਂ ਸਰਵ ਕਰਦੇ, 5 ਕਕਾਰਾਂ ਦੇ ਨਾਲ ਤੁਸੀਂ ਜਿਸ ਤਰ੍ਹਾਂ ਸਪੀਚਸ ਵਗੈਰਾ ਦਿੰਦੇ ਹੋ, ਹਾਊ ਇਜ਼ ਦੈਟ ਐਕਸਪੀਰੀਅੰਸ? ਲੋਕਾਂ ਦਾ ਰਵੱਈਆ ਇਸ ਸੰਬੰਧੀ ਕੀ ਹੁੰਦਾ ਜਦੋਂ ਤੁਸੀਂ 5 ਕਕਾਰਾਂ ਨੂੰ ਐਕਸਪਲੇਨ ਕਰਦੇ ਹੋ?
ਕਈਆਂ ਨੇ ਮੈਨੂੰ ਇਹ ਵੀ ਕਿਹਾ ਵੀ ਜਿਹੜੀ ਤੁਸੀਂ ਇਨਫੋਰਮੇਸ਼ਨ ਦਿੱਤੀ ਆ ਸਾਨੂੰ ਪਹਿਲਾਂ ਹੀ ਲੱਗਦਾ ਸੀਗਾ ਵੀ ਜਿਨ੍ਹਾਂ ਨੇ ਸਾਰੇ ਅਮਨਦੀਪ ਪੰਨੀਆਂ ਸਾਰੇ ਮੁੱਤਾਂ ਦਾ ਕੀ ਮਤਲਬ ਹੈ ਕਿ ਹਰ ਇੱਕ ਕਕਾਰ ਕਿਉਂ ਪਾਉਂਦੇ ਆ ਜੀ ਉਹਨਾਂ ਦੀ ਨੌਲੇਜ ਥੋੜੀ ਵੱਧਦੀ ਹੈ। ਉਹ ਕਹਿੰਦੇ ਵੀ ਵਾਕਈ ਵੀ ਸਿੱਖ ਹੀ ਨੇ, ਇਹ ਨਹੀਂ ਹੈਗੇ ਵੀ ਜਿਹੜੇ ਟੈਰਰਿਸਟ ਹੁੰਦੇ ਨੇ ਜਾਂ ਹੋਰ ਕੋਈ ਹੁੰਦੇ ਨੇ ਜਿਹੜਾ ਕਿਹਾ ਜਾਂਦਾ ਹੈ। ਇਹ ਕਹਿੰਦੇ ਵੀ ਸਿੱਖ ਕੌਮ ਜਿਹੜੀ ਹੈਗੀ ਹੈ ਪੀਸਫੁਲ ਕੌਮ ਹੈਗੀ ਆ, ਆਪਣੇ ਰਿਲੀਜੀਅਸ ਹੈਗੀ ਆ, ਰਿਲੀਜੀਅਸ ਬਲੀਫ ਨੂੰ ਮੰਨਦੀ ਆ। ਜੀ 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 ਤਾਂ ਅਮਨਦੀਪ ਸਿੰਘ ਲਾਈਕ ਆਈ ਜਸਟ ਵਾਂਟ ਟੂ ਨੋ ਕਿ ਤੁਹਾਡੀ ਆਵਾਜ਼ ਹੀ ਬਹੁਤ ਕੱਟ ਰਹੀ ਹੈ, ਸੋ ਸਾਨੂੰ ਸਮਝਣ ਦੇ ਵਿੱਚ ਬਹੁਤ ਪ੍ਰੋਬਲਮ ਹੋ ਰਹੀ ਹੈ, ਬਟ ਇਟਸ ਓਕੇ। ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ ਐਟ ਦੀ ਐਂਡ, ਬਿਕੋਜ਼ ਯੂ ਆਰ ਵੈਰੀ ਯੰਗ ਐਂਡ ਤੁਸੀਂ ਯੰਗ ਉਮਰ ਦੇ ਵਿੱਚ ਇੱਕ ਡਿਪਟੀ ਸ਼ੈਰਿਫ ਹੋ, ਹੁਣ ਤੁਸੀਂ ਅੱਗੇ ਵੀ ਚੜ੍ਹਾਈਆਂ ਤੇ ਚੜ੍ਹ ਰਹੇ ਹੋ, ਯੂ ਗੋਇੰਗ ਫॉर ਸ਼ੈਰਿਫ, ਫਿਰ ਉਸ ਤੋਂ ਅੱਗੇ ਤੁਸੀਂ ਕੈਪਟਨ ਤੱਕ ਜਾਣਾ ਚਾਹੁੰਦੇ ਹੋ। ਜਿਹੜੀ ਸਪੈਸ਼ਲੀ ਯੰਗ ਜਨਰੇਸ਼ਨ ਹੈਗੀ ਆ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ TV 84 ਰਾਹੀਂ? ਮੈਂ ਉਹਨਾਂ ਨੂੰ ਕਹਿਣਾ ਵੀ go for your dreams। ਜੇ ਤੁਹਾਨੂੰ ਲੱਗਦਾ ਕੇਸ ਤੇ ਦਾੜੀ ਕਰਕੇ ਤੁਹਾਨੂੰ ਕੋਈ ਜੌਬ ਹਿੰਡਰੈਂਸ ਆਉਂਦੀ ਆ, ਇਹ ਗਲਤਫਹਿਮੀ ਆ। ਤੁਸੀਂ ਆਪਣੇ ਕੇਸ ਤੇ ਦਾੜੀ ਰੱਖ ਕੇ ਕਰ ਸਕਦੇ ਜੌਬ। ਜਿਹੜੀ ਲਾਅ ਇਨਫੋਰਸਮੈਂਟ ਆ, ਇਹ ਇੰਨੇ ਸਾਲ ਹੋ ਗਏ ਜਿਹੜੀ ਸਾਨੂੰ ਕਹਿੰਦੇ ਸੀ ਵੀ ਕਿ ਸਾਡੇ ਕੇਸ ਤੇ ਦਾੜੀ ਹਿੰਡਰੈਂਸ ਕਰ ਦਊਗੀ, ਲੇਕਿਨ ਇਹ ਵੀ ਅਸੀਂ ਪ੍ਰੂਵ ਕਰਕੇ ਦਿਖਾ ਦਿੱਤਾ there is no hindrance। Okay। ਲਾਅ ਇਨਫੋਰਸਮੈਂਟ ਆਰਮੀ ਹੈਗੀ ਹੈ ਜਿੱਥੇ ਸਭ ਤੋਂ ਵੱਡੀ ਹੈਗੀ ਹੈ, EMPLOYER ਜਿਹੜੇ ਡੇਂਜਰਸ ਜੌਬਸ ਹੈਗੀਆਂ ਨੇ ਜੀ। ਸੋ ਇਸ ਟਾਈਮ ਦੀ ਕੇਸ ਤੇ ਦਾੜੀ ਆਪਣੇ 5 ਕਕਾਰਾਂ ਚ ਪੂਰੇ ਸਿੱਖੀ ਸਰੂਪ ਚ ਇਸ ਆਰਮੀ ਤੇ ਲਾਅ ਇਨਫੋਰਸਮੈਂਟ ਅਸੀਂ ਜੌਬ ਕਰ ਰਹੇ ਹਾਂ। ਸੋ ਕੋਈ ਐਕਸਕਿਊਜ਼ ਨਹੀਂ ਹੋਣੀ ਚਾਹੀਦੀ ਵੀ ਤੁਸੀਂ ਆਪਣੀ ਕੇਸ ਤੇ ਦਾੜੀਆਂ ਨਾਲ ਕੋਈ ਵੀ ਜੌਬ ਨਹੀਂ ਕਰ ਸਕਦੇ। ਓਕੇ, ਵੈਲ ਥੈਂਕ ਯੂ ਸੋ ਮਚ ਫॉर योर ਟਾਈਮ ਅਮਨਦੀਪ। ਐਂਡ ਜਿਸ ਤਰ੍ਹਾਂ ਵਾਹਿਗੁਰੂ ਦੀ ਸਾਡੀ ਕਿਰਪਾ ਰਹੀ ਤੁਹਾਡੇ ਦੇ ਉੱਪਰ ਕਿ ਤੁਹਾਨੂੰ ਇੰਨੇ ਚੰਗੇ ਸਪੋਰਟ ਕਰਦੀ ਫੈਮਿਲੀ ਮਿਲੀ ਹੈ, ਇੰਨੇ ਚੰਗੇ ਸਪੋਰਟ ਕਰਦੇ ਅੰਕਲ ਜਾਂ ਫੈਮਿਲੀ ਜਾਂ ਫਰੈਂਡਸ ਮਿਲੇ ਨੇ, ਸੋ ਅਸੀਂ ਚਾਹਾਂਗੇ ਕਿ ਇਸੇ ਤਰ੍ਹਾਂ ਵਾਹਿਗੁਰੂ ਤੁਹਾਡੇ ਤੇ ਮਿਹਰ ਕਰਨ ਔਰ ਤੁਸੀਂ ਇਸੇ ਤਰ੍ਹਾਂ ਆਪਣੀ ਚੜ੍ਹਾਈਆਂ ਤੇ ਚੜ੍ਹਦੇ ਰਹੋ। ਸੋ ਥੈਂਕ ਯੂ ਸੋ ਮਚ ਫॉर योर ਟਾਈਮ ਐਂਡ ਆਲ ਦਿਸ ਇਨਫੋਰਮੇਸ਼ਨ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।